ਹੈਲੋ ਫਰੈਂਡਸ, ਆਪ ਸਭ ਦਾ ਤੇਜਸ ਅਕੈਡਮੀ ਮੋਹਾਲੀ ਦੇ ਵਿੱਚ ਸਵਾਗਤ ਹੈ। ਤੇਜਸ ਅਕੈਡਮੀ ਆਨਲਾਈਨ ਕਲਾਸਿਸ ਪ੍ਰੋਵਾਈਡ ਕਰਦੀ ਹੈ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਦੇ ਲਈ। ਇਹ ਤੁਹਾਡੀ ਡੈਮੋ ਕਲਾਸ ਹੈ ਜਿਸ ਵਿੱਚ ਆਪਾਂ ਟੈਂਸ ਸਿੱਖਾਂਗੇ। ਸਭ ਤੋਂ ਪਹਿਲਾ ਕੁਐਸਚਨ ਉੱਠਦਾ ਹੈ, ਆਖਰਕਾਰ ਟੈਂਸ ਹੈ ਕੀ? ਟੈਂਸ ਇਜ਼ ਦੀ ਫਾਰਮ ਆਫ ਅ ਵਰਬ which shows the time of an action and its degree of completeness। ਤੇ ਜੇਕਰ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਟੈਂਸ ਕੀ ਹੈ, ਇੱਕ ਵਰਬ ਦੀ ਫਾਰਮ ਹੈ ਜੋ ਕੀ ਦਰਸਾਉਂਦੀ ਹੈ, ਇੱਕ ਤਾਂ ਟਾਈਮ ਕਦੋਂ ਹੋਇਆ ਤੇ ਇਹ ਦੱਸਦੀ ਹੈ ਕਿ ਕੰਮ ਜਿਹੜਾ ਹੋਇਆ ਹੈ, ਜੋ ਐਕਸ਼ਨ ਹੋਇਆ ਹੈ, ਉਹ ਉਸਦੀ ਕਿੰਨਾ ਕੰਪਲੀਟ ਹੋਇਆ ਹੈ। ਕੀ ਇਹ ਕੰਮ ਹੁਣ ਵੀ ਚੱਲ ਰਿਹਾ ਹੈ, ਹੋ ਚੁੱਕਿਆ ਕੰਮ ਪੂਰਾ ਹੋ ਚੁੱਕਿਆ ਹੈ, ਜਾਂ ਫਿਰ ਕੁਝ ਕੰਮ ਜਦੋਂ ਸ਼ੁਰੂ ਹੋਇਆ ਉਸ ਦਾ ਕੁਝ ਹਿੱਸਾ ਪੂਰਾ ਹੋ ਗਿਆ ਹੈ ਤੇ ਹਜੇ ਕੁਝ ਹਿੱਸਾ ਬਾਕੀ ਹੈ। ਜਿਵੇਂ ਕਿ ਆਪਾਂ ਸੋਚ ਸਕਦੇ ਹਾਂ ਕਿ ਕੰਧ ਬਣਨੀ ਸ਼ੁਰੂ ਹੋਈ, ਕੰਧ ਸਵੇਰੇ ਬਣਾਉਣੀ ਸ਼ੁਰੂ ਕੀਤੀ ਮਿਸਤਰੀ ਨੇ, ਦੁਪਹਿਰ ਨੂੰ ਆ ਕੇ ਠੇਕੇਦਾਰ ਨੇ ਪੁੱਛਿਆ ਵੀ ਕੰਮ ਕੀ ਪੂਰਾ ਹੋ ਚੁੱਕਿਆ ਹੈ, ਤਾਂ ਮਿਸਤਰੀ ਕੀ ਜਵਾਬ ਦੇਗਾ ਕਿ ਅੱਧੀ ਕੰਧ ਬਣ ਚੁੱਕੀ ਹੈ ਤੇ ਬਾਕੀ ਅੱਧੀ ਹਜੇ ਬਣਾਉਣੀ ਬਾਕੀ ਹੈ। ਠੀਕ ਹੈ ਜੀ। तो टेंस इज द फॉर्म ऑफ अ वर्ब विच शोज द टाइम ऑफ एन एक्शन एंड इट्स डिग्री ऑफ कंप्लीटनेस। एक समय बारे दसदा है, एक किन्ना काम पूरा हो चुका है। टेंस उस टाइम की जानकारी कराउंदा है जदों कोई काम या एक्शन हुंदा है। ठीक है जी, उम्मीद है तुसीं टेंस बारे समझ चुके होवोगे। अगली स्लाइड ते चलदे हां। इस नूं जरा गौर नाल वेखो कि टेंस नूं आपां ने दो भागां दे विच वंडिया है, एक है टाइम ते दूसरा है कम। जे आपां टाइम वाले काम ते स्लाइड ते झाती मारीए इस पोर्शन दे विच, टाइम नूं आपां तीन हिस्सिਆਂ ਵਿੱਚ ਵੰਡ ਸਕਦੇ ਹਾਂ। ਜਿਵੇਂ ਤੁਸੀਂ ਸਾਰੇ ਪੰਜਾਬੀ 'ਚ ਵੀ ਪੜ੍ਹਿਆ ਹੈ, ਆਪਾਂ ਪਹਿਲਾਂ ਜਾਣਦੇ ਹੀ ਹਾਂ ਕਿ ਟਾਈਮ ਜਾਂ ਤਾਂ ਜੋ ਬੀਤ ਚੁੱਕਿਆ ਕੱਲ ਹੈ, ਟੂਡੇ ਮੀਨਸ ਹੁਣ, ਟੁਮਾਰੋ ਜੋ ਕੱਲ ਆਉਣ ਵਾਲਾ ਹੈ, ਭੂਤਕਾਲ ਪਾਸਟ ਟੈਂਸ, ਪ੍ਰੈਜ਼ੈਂਟ ਟੈਂਸ ਮਤਲਬ ਕਿ ਵਰਤਮਾਨ ਕਾਲ, ਤੇ ਭਵਿੱਖ ਵਿੱਚ ਆਉਣ ਵਾਲਾ ਟਾਈਮ ਜੋ ਹੈ ਉਸ ਨੂੰ ਫਿਊਚਰ ਟੈਂਸ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਠੀਕ ਹੈ ਜੀ। ਤੇ ਜਿਹੜਾ ਕੰਮ ਹੈ, ਜੋ ਆਪਾਂ ਨੇ ਹੁਣੇ ਹੀ ਇਹ ਪੜ੍ਹਿਆ ਸੀ ਕਿ ਡਿਗਰੀ ਆਫ ਕੰਪਲੀਟਨੈਸ, ਉਹ ਇਸ ਚਾਰ ਹਿੱਸਿਆਂ ਦੇ ਵਿੱਚ ਆਪਾਂ ਨੂੰ ਪਤਾ ਲੱਗਦੀ ਹੈ। ਪਹਿਲੀ ਹੈ ਇਨਡੈਫੀਨਿਟ, ਸਿੰਪਲ, ਜਿਸ ਤੋਂ ਕੰਮ ਦੇ ਹੋਣ ਦੀ ਕੋਈ ਨਿਸ਼ਚਿਤ ਚੀਜ਼ ਨਹੀਂ ਪਤਾ ਲੱਗਦੀ ਆਪਾਂ ਨੂੰ ਵੀ ਕੰਮ ਸ਼ੁਰੂ ਕਦੋਂ ਹੋਇਆ। ਉਹ ਰੂਟੀਨ ਦਾ ਵਰਕ ਹੁੰਦਾ ਹੈ ਜੋ ਅਸੀਂ ਰੋਜ਼ਮर्रा ਵਿੱਚ ਕਰਦੇ ਹਾਂ, ਆਦਤਾਂ ਇਹਦੇ ਵਿੱਚ ਆ ਜਾਂਦੀਆਂ ਹਨ। ਕੁਝ ਯੂਨੀਵਰਸਲ ਟਰੂਥਸ ਨੇ, ਜਿਵੇਂ ਸਨ ਰਾਈਜ਼ਿਜ਼ ਇਨ ਦਾ ਈਸਟ, ਜੋ ਸੂਰਜ ਹੈ ਰੋਜ਼ ਪੂਰਬ ਤੋਂ ਉਗਦਾ ਹੈ। ਠੀਕ ਹੈ, ਇਸ ਲਈ ਇਹ ਸਿੰਪਲ ਇੰਡੈਫੀਨਿਟ ਯੂਨੀਵਰਸਲ ਟਰੂਥਸ ਤੇ ਹੈਬਿਟ ਫਾਰਮੇਸ਼ਨ, ਜਿਹੜੀ ਹੈਬਿਟਸ ਨੇ ਉਸ ਉੱਤੇ ਚੱਲਦਾ ਹੈ, ਜੋ ਅਸੀਂ ਕੰਮ ਇਹਨਾਂ ਵਿੱਚ ਕਰਦੇ ਹਾਂ। ਦੂਸਰੀ ਪਾਰਟ ਹੈ ਕੰਟੀਨਿਊਸ। ਕੰਟੀਨਿਊਸ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ, ਲਗਾਤਾਰ, ਜੋ ਮਤਲਬ ਕਿ ਹੁਣ ਅਸੀਂ ਕੰਮ ਕਰ ਰਹੇ ਹਾਂ। ਹੁਣ ਆਪਾਂ ਇਸ ਵਕਤ ਇੰਗਲਿਸ਼ ਦੇ ਟੈਂਸ ਸਿੱਖ ਰਹੇ ਹਾਂ, ਹੁਣ ਅਸੀਂ ਸਿੱਖ ਰਹੇ ਹਾਂ ਹਜੇ ਇਸ ਟਾਈਮ, ਦਿਸ ਪੁਆਇੰਟ ਆਫ ਟਾਈਮ ਵੀ ਆਰ ਲਰਨਿੰਗ ਅਬਾਊਟ ਟੈਂਸਿਸ। ਠੀਕ ਹੈ, ਇਸ ਕੰਮ ਲਗਾਤਾਰ ਹੋ ਰਿਹਾ ਹੈ, ਇਹ ਕੰਟੀਨਿਊਸ ਵਿੱਚ ਆ ਗਿਆ ਹੈ। ਥਰਡ ਪਾਰਟ ਜੋ ਹੈ ਇਸ ਦਾ, ਉਹ ਹੈ ਪਰਫੈਕਟ। ਪਰਫੈਕਟ ਕਦੋਂ ਹੁੰਦਾ ਹੈ? ਜਦੋਂ ਬੰਦਾ ਕਹਿੰਦਾ ਹੈ ਕਿ ਮੈਂ ਇਹ ਕੰਮ ਪੂਰਾ ਕਰ ਲਿਆ ਹੈ, ਜਦੋਂ ਬੰਦਾ ਪੂਰਨ ਹੋ ਜਾਂਦਾ ਹੈ। ਪੂਰਨ, ਇਹ ਸਮਝਣੀ ਹੈ ਗੱਲ, ਪੂਰਨ ਜਦੋਂ ਹੋ ਜਾਂਦਾ ਹੈ ਉਸ ਸਮੇਂ ਹੀ ਬੰਦਾ ਪਰਫੈਕਟ ਕਹਿੰਦਾ ਹੈ ਆਪਣੇ ਆਪ ਨੂੰ। ਹੁਣ ਆਪਾਂ ਸਭ ਜਾਣਦੇ ਹਾਂ, ਅਧਿਆਤਮਿਕ ਰੂਪ ਦੇ ਵਿੱਚ ਆਪਾਂ ਸੰਗਤਾਂ ਦਾ ਸੁਣਿਆ ਹੋਵੇਗਾ, ਅਸਲ ਵਿੱਚ ਪਰਫੈਕਟ ਕੌਣ ਹੈ, ਪੂਰਨ ਕੌਣ ਹੈ? ਸਿਰਫ ਪਰਮਾਤਮਾ ਹੈ ਨਾ। ਪਰ ਇੱਥੇ ਅਸੀਂ ਅਧਿਆਤਮਿਕ ਵਾਲੀ ਗੱਲ ਨਹੀਂ ਕਰਨੀ। ਇੱਥੇ ਪਰਫੈਕਟ ਦਾ ਮਤਲਬ ਹੈ ਕੰਮ ਦਾ ਪੂਰਾ ਹੋ ਜਾਣਾ। ਠੀਕ ਹੈ ਜੀ। ਜਦੋਂ ਅਸੀਂ ਇਹ ਲੈਕਚਰ ਖ਼ਤਮ ਕਰਾਂਗੇ ਤਾਂ ਸਾਨੂੰ ਟੈਂਸ ਦੇ
ਜਿਹੜੀ ਜਾਣ ਪਛਾਣ ਹੈ ਉਸ ਨਾਲ ਅਸੀਂ ਪੂਰੀ ਤਰ੍ਹਾਂ ਜਾਣੂ ਹੋ ਜਾਵਾਂਗੇ, ਸਾਡਾ ਅੱਜ ਦਾ ਕੰਮ ਮੁੱਕ ਜਾਵੇਗਾ। ਠੀਕ ਹੈ ਜੀ, ਅੱਜ ਦਾ, ਇਸ ਕਰਕੇ ਉਹ ਪਰਫੈਕਟ ਹੋ ਜਾਵੇਗਾ। ਜਦੋਂ ਕੰਮ ਪੂਰਾ ਹੋ ਜਾਂਦਾ ਹੈ ਉਸ ਨੂੰ ਪਰਫੈਕਟ ਕਹਿੰਦੇ ਹਨ, ਪਰਫੈਕਟ ਵਰਕ। ਲਾਸਟ ਚੀਜ਼ ਹੈ ਪਰਫੈਕਟ ਕੰਟੀਨਿਊਸ। ਇਹ ਬੜੀ ਹੀ ਇੰਟਰਸਟਿੰਗ ਹੈ। ਪਰਫੈਕਟ ਕੰਟੀਨਿਊਸ ਵਿੱਚ ਕੀ ਹੈ ਕਿ ਜੋ ਅਸੀਂ ਕੰਮ ਪਹਿਲਾਂ ਤੋਂ ਸ਼ੁਰੂ ਕੀਤਾ ਸੀ ਉਹ ਹੁਣ ਚੱਲ ਰਿਹਾ ਹੈ, ਹਜੇ ਵੀ ਉਸ ਕੰਮ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ, ਤੇ ਕੁਝ ਸਮੇਂ ਬਾਅਦ ਉਹ ਕੰਪਲੀਟ ਹੋ ਜਾਣ ਦੀ ਸਾਨੂੰ ਆਸ ਹੁੰਦੀ ਹੈ। ਜੋ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ ਉਹਦਾ ਕੁਝ ਹਿੱਸਾ ਅਸੀਂ ਕਰ ਚੁੱਕੇ ਹਾਂ, ਤੇ ਹਜੇ ਉਸ ਕੰਮ ਨੂੰ ਪੂਰਾ ਕਰਨ ਲਈ ਅਸੀਂ ਹਜੇ ਵੀ ਕੰਮ ਕਰ ਰਹੇ ਹਾਂ। ਜਿਵੇਂ ਹੁਣੇ ਹੀ ਆਪਾਂ ਨੇ ਕੰਧ ਵਾਲੀ ਐਗਜ਼ਾਮਪਲ ਦੇਖੀ ਸੀ, ਉਹ ਪਰਫੈਕਟ ਕੰਟੀਨਿਊਸ ਵਿੱਚ ਆਉਂਦੇ ਹਨ। ਠੀਕ ਹੈ ਜੀ, ਜੋ ਆਪਾਂ ਨੇ ਹੁਣੇ ਹੀ ਡਿਸਕਸ ਕੀਤਾ ਉਸ ਨੂੰ ਆਪਾਂ ਨੇ ਇੱਥੇ ਲਿਖਿਆ ਹੈ, ਤੁਸੀਂ ਆਪਣੀ ਕਾਪੀਜ਼ ਵਿੱਚ ਵੀ ਨੋਟ ਕਰ ਸਕਦੇ ਹੋ ਪੌਜ਼ ਕਰਕੇ। ਕਹਿੰਦੇ ਹੁਣ ਐਕਸ਼ਨ ਦੀ ਡਿਗਰੀ ਆਫ ਕੰਪਲੀਟਨੈਸ ਸਥਿਤੀ ਨੂੰ ਸਪਸ਼ਟ ਕਰਨ ਲਈ ਵਰਤੇ ਜਾਂਦੇ ਤਿੰਨਾਂ ਟੈਂਸਿਸ ਵਿੱਚੋਂ ਹਰੇਕ ਨੂੰ 4 ਭਾਗਾਂ ਵਿੱਚ ਵੰਡਿਆ ਹੈ। ਹੁਣ 3 ਟੈਂਸ ਕਿਹੜੇ ਹਨ? ਉਹੀ ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਠੀਕ ਹੈ ਜੀ, ਤੇ 4 ਭਾਗਾਂ ਵਿੱਚ ਆਪਾਂ ਹੁਣੇ ਹੀ ਵੰਡ ਕੇ ਦੇਖਿਆ ਹੈ, ਇੰਡੈਫੀਨਿਟ, ਕੰਟੀਨਿਊਸ, ਪਰਫੈਕਟ ਤੇ ਪਰਫੈਕਟ ਕੰਟੀਨਿਊਸ। ਇੰਡੈਫੀਨਿਟ ਵੀ ਕਹਿ ਸਕਦੇ ਹਾਂ, ਸਿੰਪਲ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਇਸ ਵਿੱਚ ਐਕਸ਼ਨ ਕੰਮ ਦੀ ਦਸ਼ਾ ਨਿਸ਼ਚਿਤ ਨਹੀਂ ਹੁੰਦੀ। ਸੈਕਿੰਡ ਹੈ ਕੰਟੀਨਿਊਸ, ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਕੰਮ ਹੋ ਰਿਹਾ ਹੈ। ਥਰਡ ਪਰਫੈਕਟ, ਇਸ ਵਿੱਚ ਕਿਸੇ ਕੰਮ ਦੇ ਸਮਾਪਤ ਜਾਂ ਪੂਰੇ ਹੋਣ ਦਾ ਪਤਾ ਲੱਗਦਾ ਹੈ। ਫੋਰਥ ਪੁਆਇੰਟ ਜਿਹੜਾ ਹੈਗਾ ਪਰਫੈਕਟ ਕੰਟੀਨਿਊਸ, ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਕੰਮ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਹੈ, ਕੁਝ ਭਾਗ ਪੂਰਾ ਵੀ ਹੋ ਗਿਆ ਹੈ, ਪਰ ਅਜੇ ਵੀ ਕੰਮ ਦਾ ਕੁਝ ਹਿੱਸਾ ਕਰਨ ਨੂੰ ਰਹਿੰਦਾ ਹੈ ਅਤੇ ਉਹ ਹੁਣ ਵੀ ਚੱਲ ਰਿਹਾ ਹੈ। ਠੀਕ ਹੈ ਜੀ, ਜਿਸ ਤਰ੍ਹਾਂ ਕੋਈ ਪੁਲ ਬਣ ਰਿਹਾ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਖਰੜ ਦੇ ਉੱਤੋਂ ਮੋਹਾਲੀ ਨੂੰ ਕਨੈਕਟ ਕਰਦਾ ਹੈ ਜਿਹੜਾ ਪੁਲ ਬਣਿਆ, ਤੇ ਉਹ 3-4 ਸਾਲ ਚੱਲਦਾ ਰਿਹਾ ਕੰਮ, ਹੈ ਨਾ, ਤੇ ਉਸ ਨੂੰ ਆਪਾਂ ਕੀ ਕਹਿੰਦੇ ਸੀਗੇ, ਪਰਫੈਕਟ ਕੰਟੀਨਿਊਸ ਵਿੱਚ ਆਉਂਦਾ ਸੀ। ਹੁਣ ਕੰਪਲੀਟ ਹੋ ਗਿਆ ਹੈ ਤਾਂ ਪਰਫੈਕਟ ਵਿੱਚ ਆ ਗਿਆ ਹੈ। ਠੀਕ ਹੈ ਜੀ, ਇੱਕ ਬਰਡ ਵਿਊ ਆਪਾਂ ਜੇ ਦੇਖਣਾ ਹੋਵੇ ਇੱਕ ਛੋਟੇ ਜਿਹੇ ਟੇਬਲ ਦੇ ਵਿੱਚ, ਜਦ ਤੁਸੀਂ ਇਹ ਟੇਬਲ ਸਿੱਖ ਲਵੋਗੇ ਤਾਂ ਤੁਸੀਂ ਈਜ਼ੀਲੀ ਇਹ ਪ੍ਰੈਕਟਿਸ ਵਿੱਚ, ਅਮਲ ਵਿੱਚ ਲਿਆ ਕੇ ਦੇਖੋਗੇ ਕਿ ਤੁਸੀਂ ਕਾਫੀ ਜ਼ਿਆਦਾ ਟਰਾਂਸਲੇਸ਼ਨ ਦੀ ਐਕਸਰਸਾਈਜ਼ ਈਜ਼ੀਲੀ ਕਰ ਸਕਦੇ ਹੋ। ਆਪਾਂ ਦੇਖਦੇ ਹਾਂ ਟੈਂਸ, ਕਾਲ, ਪਹਿਚਾਣ। ਇਹਦੇ ਨਾਲ ਆਪਾਂ ਪਹਿਚਾਣ ਕਰਨੀ, ਪਹਿਚਾਣ ਕਿਸ ਤਰ੍ਹਾਂ ਹੋਵੇ। ਜੋ ਅਸੀਂ ਟੈਂਸ ਕਰ ਰਹੇ ਹਾਂ, ਜੋ ਸਾਨੂੰ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਸਾਡੇ ਕੋਲ ਲਿਖਿਆ ਆ ਗਿਆ ਹੈ, ਉਸ ਨੂੰ ਅਸੀਂ ਪਹਿਚਾਣ ਕਿਵੇਂ ਕਰੀਏ ਵੀ ਇੱਥੇ ਅਸੀਂ ਕਿਹੜੀ ਫਾਰਮ ਲਗਾਉਣੀ ਹੈ, ਪ੍ਰੈਜ਼ੈਂਟ, ਪਾਸਟ, ਫਿਊਚਰ ਲਾਉਣਾ ਹੈ, ਜਾਂ ਜਿਹੜੀਆਂ ਹੇਠ 4 ਦੱਸੀਆਂ ਹਨ ਇਹਨਾਂ ਵਿੱਚੋਂ ਕੋਈ ਚੀਜ਼ ਕਿਹੜੀ ਲੱਗੇਗੀ। ਤੇ ਉਹੀ ਆਪਾਂ ਹੁਣ ਸਿੱਖਣੀ ਹੈ। ਪ੍ਰੈਜ਼ੈਂਟ ਦੇ ਪਿੱਛੇ ਪਹਿਚਾਣ ਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ। ਦੇਖੋ, ਹੈ, ਹੈਂ, ਹੋ, ਹੂੰ। ਠੀਕ ਹੈ ਜੀ, ਪੰਜਾਬੀ 'ਚ ਵੀ ਆਪਾਂ ਇਹੀ ਯੂਜ਼ ਕਰਦੇ ਹਾਂ। ਉਹ ਕੰਮ ਕਰ ਰਿਹਾ ਹੈ, ਉਹ ਕੰਮ ਕਰਦਾ ਹੈ, ਸਕੂਲ ਜਾਂਦਾ ਹੈ, ਸਕੂਲ ਜਾ ਰਿਹਾ ਹੈ, ਸਕੂਲ ਜਾ ਚੁੱਕਾ ਹੈ। ਠੀਕ ਹੈ ਜੀ, ਇੱਥੇ ਆਪਾਂ ਪਿੱਛੇ ਹੈ ਦੀ ਵਰਤੋਂ ਜ਼ਿਆਦਾ ਕਰਦੇ ਹਾਂ, ਜਾਂ ਆਪਣੇ ਬਾਰੇ ਤਾਂ ਅਸੀਂ ਆਪਣੇ ਬਾਰੇ ਵੀ ਹੈ ਦੀ ਜਾਂ ਹੂੰ ਦੀ ਕਰਦੇ ਹਾਂ। ਮੈਂ ਕੰਮ ਕਰ ਰਿਹਾ ਹਾਂ। ਠੀਕ ਹੈ ਜੀ, ਤੁਸੀਂ ਪੜ੍ਹਾਈ ਕਰ ਰਹੇ ਹੋ, ਤੁਸੀਂ ਟੈਂਸ ਸਿੱਖ ਰਹੇ ਹੋ। ਠੀਕ ਹੈ, ਤੇ ਇਹਦੀ ਹੋਰ ਜੇ ਇਹ ਦੇਖਣਾ ਹੋਵੇ, ਪ੍ਰੈਜ਼ੈਂਟ ਦੀ ਪਹਿਚਾਣ ਤਾਂ ਹੋ ਗਈ, ਪਾਸਟ ਦੀ ਕਿੱਥੋਂ ਹੋਏਗੀ? ਪਿੱਛੇ ਕੀ ਲੱਗਦਾ ਹੈ? ਥਾ, ਥੇ, ਥੀ। ਜਿਸ ਤਰ੍ਹਾਂ ਮੈਂ ਸਕੂਲ ਜਾਂਦਾ ਸਾਂ, ਸਕੂਲ ਜਾਂਦਾ ਸੀ। ਠੀਕ ਹੈ ਜੀ, ਮੈਂ ਅੰਗਰੇਜ਼ੀ ਪੜ੍ਹਦਾ ਸੀ, ਉਹ ਫੁੱਟਬਾਲ ਖੇਡਦੇ ਸਨ,
ਬਲਕਿ ਪਿੱਛੇ ਪੰਜਾਬੀ ਵਿੱਚ ਸੀ ਆਉਂਦਾ ਹੈ, ਠੀਕ ਹੈ, ਸੀ ਜਾਂ ਸਨ, ਠੀਕ ਹੈ। ਹਿੰਦੀ ਵਿੱਚ ਥਾ, ਥੇ ਤੇ ਥੀ। ਫਿਊਚਰ ਜੋ ਭਵਿੱਖ ਵਿੱਚ ਹੋਣ ਵਾਲਾ ਹੈ, ਜੋ ਹਜੇ ਵਾਪਰਿਆ ਨਹੀਂ ਹੈ ਪਰ ਉਮੀਦ ਹੈ ਕਿ ਕੱਲ੍ਹ ਜਾਂ ਪਰਸੋਂ ਜਾਂ ਭਲਕੇ ਹੀ ਕੁਝ ਸਮੇਂ ਬਾਅਦ ਉਹ ਵਾਪਰ ਜਾਵੇਗਾ। ਜਿਵੇਂ ਕਿ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਕਿ ਲੱਗਦਾ ਹੈ ਕੱਲ੍ਹ ਮੀਂਹ ਪਵੇਗਾ, ਪਵੇਗਾ ਪਿੱਛੇ ਗਾ ਲੱਗ ਰਿਹਾ ਹੈ, ਹਜੇ ਪੈ ਨਹੀਂ ਰਿਹਾ, ਨਾ ਹੀ ਕੱਲ੍ਹ ਪਿਆ ਸੀ, ਉਹ ਹਜੇ ਪਵੇਗਾ, ਠੀਕ ਹੈ ਜੀ। ਤੇ ਪਿੱਛੇ ਉਹਦੀ ਪਹਿਚਾਣ ਹੈ ਗਾ, ਗੇ, ਗੀ, ਠੀਕ ਹੈ ਜੀ। ਤੇ ਹੁਣ ਇੰਡੈਫੀਨਿਟ ਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ? ਇੰਡੈਫੀਨਿਟ ਦੀ ਪਹਿਚਾਣ ਦੇ ਵਿੱਚ ਆਉਂਦਾ ਹੈ, ਪਿੱਛੇ ਤੁਹਾਨੂੰ ਦੱਸਿਆ ਹੈ, ਜਾਂਦਾ ਹੈ, ਜਾਂਦੇ ਹਨ, ਜਾਂਦੀ ਸੀ, ਉਹ ਆਪਾਂ ਨੇ ਪਿੱਛੇ ਦਾ ਲੱਗਿਆ ਆਉਂਦਾ ਹੈ ਜ਼ਿਆਦਾਤਰ, ਠੀਕ ਹੈ ਜੀ। ਤੇ ਇਹਦੇ ਵਿੱਚ ਆਪਾਂ ਜਦੋਂ ਯੂਜ਼ ਕਰਦੇ ਹਾਂ ਵਰਬ ਹੈਲਪਿੰਗ ਵਰਬ ਜਿਹੜੀ ਯੂਜ਼ ਕਰਦੇ ਹਾਂ ਉਹ ਲੱਗਦੀ ਹੈ ਡਜ਼ ਤੇ ਡੂ। ਜਿਵੇਂ ਆਈ ਡੂ ਨਾਟ ਲਾਈਕ ਟੀ, ਮੈਨੂੰ ਚਾਹ ਪਸੰਦ ਨਹੀਂ ਹੈ, ਠੀਕ ਹੈ, ਮੈਂ ਚਾਹ ਪਸੰਦ ਨਹੀਂ ਕਰਦਾ, ਠੀਕ ਹੈ ਜੀ। ਡਿਡ ਪਾਸਟ ਵਿੱਚ ਇੰਡੈਫੀਨਿਟ ਫਾਰਮ ਦੇ ਵਿੱਚ ਕੀ ਲੱਗਦਾ ਹੈ? ਡਿਡ। ਆਈ ਡਿਡ ਨਾਟ ਟੈਲ ਅ ਲਾਈ, ਮੈਂ ਝੂਠ ਨਹੀਂ ਬੋਲਦਾ ਸੀ, ਠੀਕ ਹੈ ਜੀ। ਵਿਲ, ਇਹ ਫਿਊਚਰ ਦੇ ਵਿੱਚ ਕੀ ਲੱਗਦਾ ਹੈ? ਵਿਲ। ਆਈ ਵਿਲ ਨਾਟ ਹਰਟ ਯੂ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਊਂਗਾ, ਠੀਕ ਹੈ ਜੀ। ਆਈ ਵਿਲ ਟੀਚ ਯੂ, ਮੈਂ ਤੁਹਾਨੂੰ ਪੜ੍ਹਾਵਾਂਗਾ, ਠੀਕ ਹੈ। ਇਸ ਤਰ੍ਹਾਂ ਯੂਜ਼ ਕਰਨੇ ਨੇ। ਕੰਟੀਨਿਊਸ, ਕੰਟੀਨਿਊਸ ਹੁੰਦੇ ਵਿੱਚ ਇਹਦੇ 'ਚ ਰਹਾ ਹੈ, ਰਹੀ ਹੈ, ਰਹੇ ਹੈ। ਪੰਜਾਬੀ 'ਚ ਵੀ ਇਹੀ ਯੂਜ਼ ਕਰਦੇ ਹਾਂ, ਉਹ ਕੰਮ ਕਰ ਰਿਹਾ ਹੈ, ਕੰਮ ਕਰ ਰਹੇ ਹਨ, ਕੰਮ ਕਰ ਰਹੀ ਹੈ, ਠੀਕ ਹੈ, ਇਹੀ ਯੂਜ਼ ਹੁੰਦਾ ਹੈ। ਤੇ ਇਜ਼, ਐਮ, ਆਰ ਤੇ ਨਾਲ V4 ਲਿਖਿਆ, ਦੇਖੋ ਵਰਬ ਦੀ ਫੋਰਥ ਫਾਰਮ ਤਾਂ ਕੋਈ ਨਹੀਂ ਹੁੰਦੀ, ਹੈ ਨਾ? ਹੁੰਦੀ ਹੈ ਕੋਈ? ਸੁਣਿਆ ਕਦੇ ਵਰਬ ਦੀ ਫੋਰਥ ਫਾਰਮ? ਨਹੀਂ ਹੁੰਦੀ, ਪਰ ਆਪਾਂ ਨੇ ਇੱਥੇ V4 ਕਿਉਂ ਲਿਖਿਆ ਹੈ? ਮਤਲਬ ਕਿ V ਦੇ ਨਾਲ ਅਸੀਂ ਕੀ ਲਗਾ ਦੇਣਾ ਹੈ? ਵਰਬ ਦੀ ਜਿਹੜੀ ਪਹਿਲੀ ਫਾਰਮ ਲਗਾਉਣੀ ਹੈ ਤੇ ਨਾਲ ਕੀ ਲਗਾ ਦੇਣਾ ਹੈ? ING, ਠੀਕ ਹੈ ਜੀ। ਵਰਬ ਦੀ ਪਹਿਲੀ ਫਾਰਮ ਦੇ ਨਾਲ ING ਲੱਗਣਾ ਹੈ। ਇੱਥੇ ਸਿੰਬੋਲੀਕਲੀ ਅਸੀਂ ਯੂਜ਼ ਕੀਤਾ ਹੈ V4। ਹੁਣ ਤੁਸੀਂ ਦੇਖ ਸਕੋਗੇ ਸਾਰਿਆਂ ਦੇ ਵਿੱਚ ਵਰਬ ਦੀ ਫਸਟ ਫਾਰਮ ਹੀ ਲੱਗ ਰਹੀ ਹੈ, ਠੀਕ ਹੈ। ਇਹਦੇ 'ਚ ਵਰਬ ਦੀ ਸੈਕਿੰਡ ਫਾਰਮ ਲੱਗ ਰਹੀ ਹੈ। ਪਾਸਟ ਦੇ ਵਿੱਚ ਵਰਬ ਦੀ ਸੈਕਿੰਡ ਫਾਰਮ ਲੱਗੀ, ਬਾਕੀ ਸਭ ਵਿੱਚ ਵਰਬ ਦੀ ਫਸਟ ਫਾਰਮ। ਤੇ ਤੁਸੀਂ ਕੰਟੀਨਿਊਸ ਦੇ ਵਿੱਚ ਚੈੱਕ ਕਰੋ, ਵਰਬ ਦੀ ਸਾਰਿਆਂ 'ਤੇ V4 ਲਿਖਿਆ ਹੈ, ਮਤਲਬ ਕਿ ਵਰਬ ਦੇ ਨਾਲ ਪਹਿਲੀ ਫਾਰਮ ਦੇ ਨਾਲ ING ਲੱਗੇਗਾ, ਠੀਕ ਹੈ। ਪ੍ਰੈਜ਼ੈਂਟ ਹੈ ਤਾਂ ਇਜ਼, ਐਮ, ਆਰ ਹੈਲਪਿੰਗ ਵਰਬ ਲੱਗਣਗੇ, ਤੇ ਪਾਸਟ ਹੈ ਤਾਂ ਵਾਜ਼ ਵਰ ਲੱਗੇਗਾ, ਫਿਊਚਰ ਹੈ ਤਾਂ ਵਿਲ ਬੀ ਲੱਗੇਗਾ। ਪਰਫੈਕਟ ਦੀ ਗੱਲ ਕਰੀਏ, ਜਿੱਥੇ ਕੰਮ ਹੋ ਚੁੱਕਾ ਹੈ ਉੱਥੇ ਪਿੱਛੇ ਲਿਖਿਆ ਹੈ ਚੁੱਕਾ ਹੈ, ਲਿਆ ਹੈ, ਲੀ ਹੈ, ਮਤਲਬ ਕਿ ਮੈਂ ਪੜ੍ਹ ਚੁੱਕਾ ਹਾਂ, ਮੈਂ ਕਸਰਤ ਕਰ ਚੁੱਕਾ ਹਾਂ। ਕੀ ਤੁਸੀਂ ਪੰਜਾਬ ਦੀ GK ਪੜ੍ਹ ਲਏ ਹੋ, ਪੜ੍ਹ ਚੁੱਕੇ ਹੋ, ਠੀਕ ਹੈ, ਜਿੱਥੇ ਕੰਮ ਦੀ ਪੂਰਤੀ ਬਾਰੇ ਪਤਾ ਲੱਗਦਾ ਹੋਵੇ। ਹੈ, ਇਹਦੀ ਯੂਜ਼ ਪਛਾਣ ਕਿੱਥੇ ਹੁੰਦੀ ਹੈ? ਜਿੱਥੇ ਹੈਜ਼, ਹੈਵ ਲੱਗਿਆ ਹੋਵੇ ਤੇ ਵਰਬ ਦੀ ਥਰਡ ਫਾਰਮ ਲੱਗੀ ਹੋਵੇ। ਇਸੇ ਤਰ੍ਹਾਂ ਪਾਸਟ ਦੇ ਵਿੱਚ ਹੈਜ਼, ਹੈਵ ਦਾ ਕੋਈ ਚੱਕਰ ਨਹੀਂ, 'ਚ ਕੀ ਲੱਗਦਾ? ਸਭ ਦੇ ਨਾਲ ਹੈਡ ਹੀ ਲੱਗਦਾ ਹੈ ਤੇ ਵਰਬ ਦੀ ਥਰਡ ਫਾਰਮ ਲੱਗਦੀ ਹੈ। ਤੇ ਫਿਊਚਰ ਦੇ ਵਿੱਚ ਕੀ ਲੱਗਦਾ ਹੈ? ਵਿਲ ਹੈਵ, ਠੀਕ ਹੈ, ਵਿਲ ਹੈਵ, ਚਾਹੇ ਕੁਛ ਵੀ ਹੈ ਤਾਂ ਤੁਸੀਂ ਵਿਲ ਹੈਵ ਯੂਜ਼ ਕਰਨਾ ਹੈ ਤੇ ਵਰਬ ਦੀ ਥਰਡ ਫਾਰਮ। ਤੇ ਪਰਫੈਕਟ ਕੰਟੀਨਿਊਸ, ਪਰਫੈਕਟ ਕੰਟੀਨਿਊਸ ਜਿਹੜੀ ਆਪਾਂ ਫੋਰਥ ਪਾਰਟ ਪੜ੍ਹਿਆ ਸੀ ਟੈਂਸਿਸ ਦਾ, ਕਿ ਕੁਝ ਕੰਮ ਹੋ ਚੁੱਕਾ ਹੈ, ਕੁਝ ਹਜੇ ਸ਼ੇਸ਼ ਹੈ ਤੇ ਹੁਣ ਵੀ ਕੁਛ ਤੇ ਕੰਮ ਚੱਲ ਰਿਹਾ ਹੈ, ਤੇ ਉਸ ਦੇ ਉੱਤੇ ਹੈ। ਉਹਦੇ ਪਿੱਛੇ ਵੀ ਇਹੀ ਹੈ, ਰਹਾ ਹੈ, ਰਹੇ ਹੈ, ਪਰ ਇਹਦੇ ਵਿੱਚ ਖਾਸ ਇੰਪॉर्टेंट देखो लाइन है, समय के साथ से के लिए सिंस या फॉर लगाते हैं। जिस तरह के ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ, ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ। ਇੱਥੇ ਜਿਹੜੀ ਸਿੰਧੀ 'ਚ ਸੇ ਲਿਖਿਆ, ਪੰਜਾਬੀ 'ਚ ਆਪਾਂ ਤੋਂ ਕਹਿੰਦੇ ਆ ਉਹਨੂੰ, ਠੀਕ ਹੈ ਜੀ, ਤੋਂ।
ਉਹਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਸਿੰਸ ਜਾਂ ਫॉर। ਮੈਂ ਤੁਹਾਨੂੰ ਦੱਸਦਾ, ਅੱਜ ਸਵੇਰ ਤੋਂ ਮੀਂਹ ਪੈ ਰਿਹਾ, ਕੀ ਬਣੇਗਾ ਤਾਂ ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ, ਅੱਜ ਸਵੇਰ ਤੋਂ। ਠੀਕ ਹੈ ਜੀ। ਜੇ ਇਹ ਹੁੰਦਾ ਬਹੁਤ ਲੰਬੇ ਸਮੇਂ ਤੋਂ ਮੀਂਹ ਪੈ ਰਿਹਾ ਹੈ, ਫਿਰ ਕੀ ਬਣਦਾ, ਇਟ ਹੈਜ਼ ਬੀਨ ਰੇਨਿੰਗ ਫॉर ਲੌਂਗ ਟਾਈਮ। ਹੁਣ ਇੱਥੇ ਸਾਨੂੰ ਸਮੇਂ ਦਾ ਨਿਸ਼ਚਿਤ ਪਤਾ ਨਹੀਂ ਹੈ, ਇਸ ਕਰਕੇ ਅਸੀਂ ਫॉर ਦਾ ਯੂਜ਼ ਕਰ ਲਿਆ। ਪਰ ਜੇਕਰ ਸਾਨੂੰ ਸਮੇਂ ਦਾ ਪੱਕਾ ਪਤਾ ਹੋਵੇ ਕਿ ਮਾਰਨਿੰਗ ਤੋਂ ਪੈ ਰਿਹਾ ਹੈ, ਆਫਟਰਨੂਨ ਤੋਂ ਪੈ ਰਿਹਾ ਹੈ, ਰਾਤ ਤੋਂ, ਨਾਈਟ ਤੋਂ ਪੈ ਰਿਹਾ ਹੈ, ਇਹ ਸਾਨੂੰ ਪੱਕੀ ਚੀਜ਼ ਪਤਾ ਲੱਗ ਗਈ ਨਾ, ਇਸ ਕਰਕੇ ਅਸੀਂ ਸਿੰਸ ਯੂਜ਼ ਕੀਤਾ ਸੀ। ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ। ਠੀਕ ਹੈ। ਤੇ ਤੁਸੀਂ ਪਛਾਣ ਹੀ ਲਿਆ ਹੋਵੇਗਾ ਕਿ ਮੈਂ ਇਟ ਦੇ ਨਾਲ ਹੈਜ਼ ਲਗਾਇਆ ਹੈ। ਜਿਹੜੇ ਪਲੂਰਲ ਫਾਰਮਸ ਨੇ ਜਾਂ ਆਈ ਹੈ ਤੇ ਉਸ ਦੇ ਨਾਲ ਅਸੀਂ ਹੈਵ ਲਗਾ ਕੇ ਬੀਨ ਪਲੱਸ ਵਰਬ ਦੀ ਫੋਰਥ ਫਾਰਮ, ਮਤਲਬ ਵੀ ਦੀ ਫਸਟ ਪਲੱਸ ING। ਤੇ ਇਸ ਤਰ੍ਹਾਂ ਹੀ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਹੈਡ ਬੀਨ ਤੇ ਵਰਬ ਦੀ ਫਸਟ ਫਾਰਮ ਦੇ ਨਾਲ ING, ਤੇ ਫਿਊਚਰ ਦੇ ਵਿੱਚ ਵਿਲ ਹੈਵ ਬੀਨ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING। ਠੀਕ ਹੈ ਜੀ। ਤੇ ਇਸ ਦੀ ਆਪਾਂ ਐਗਜ਼ਾਮਪਲਸ ਇੱਕ ਵਾਰੀ ਥੋੜ੍ਹਾ ਜਿਹਾ ਤੁਹਾਨੂੰ ਟੇਬੂਲਰ ਫਾਰਮ ਦੇ ਵਿੱਚ ਕਰਕੇ ਦੇਖ ਲੈਂਦੇ ਹਾਂ ਕਿ ਲੈਟ ਸਟੱਡੀ ਦ ਫੋਲੋਇੰਗ ਟੇਬਲ ਐਂਡ ਅੰਡਰਸਟੈਂਡ। ਆਪਾਂ ਨੇ ਕੋਸ਼ਿਸ਼ ਕਰਨੀ ਹੈ ਸਮਝਣ ਦੀ। ਇਹ ਆਪਾਂ ਨੇ 5 ਕਾਲਮਸ ਦੇ ਵਿੱਚ ਇਹ ਬਣਾਇਆ ਹੈ। ਇੱਕ ਪਾਸੇ ਟੈਂਸ ਲਿਖਿਆ ਹੈ, ਫਿਰ ਇੰਡੈਫੀਨਿਟ, ਕੰਟੀਨਿਊਸ, ਪਰਫੈਕਟ, ਪਰਫੈਕਟ ਕੰਟੀਨਿਊਸ। ਤੁਹਾਨੂੰ ਡਿਫਰੈਂਸ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਹੀ ਕਰਨਾ ਹੈ। ਪ੍ਰੈਜ਼ੈਂਟ ਟੈਂਸ ਪ੍ਰੈਜ਼ੈਂਟ ਹੈ, ਇੰਡੈਫੀਨਿਟ ਫਾਰਮ ਵਿੱਚ ਕੀ ਲੱਗੇਗਾ, ਆਈ ਗੋ। ਕੰਟੀਨਿਊਸ ਕੀ ਲੱਗੇਗਾ, ਆਈ ਐਮ ਗੋਇੰਗ। ਪਰਫੈਕਟ ਆਈ ਹੈਵ ਗੋਨ। ਪਰਫੈਕਟ ਕੰਟੀਨਿਊਸ ਆਈ ਹੈਵ ਬੀਨ ਗੋਇੰਗ। ਦੇਖਿਆ ਫਰਕ ਲੱਗ ਰਿਹਾ ਪਤਾ, ਪਹਿਲੇ ਦੇ ਵਿੱਚ ਕੋਈ ਹੈਲਪਿੰਗ ਵਰਬ ਨਹੀਂ ਹੈ, ਸਿੱਧਾ ਹੀ ਸਬਜੈਕਟ ਤੋਂ ਬਾਅਦ ਵਰਬ ਦੀ ਪਹਿਲੀ ਫਾਰਮ ਲਗਾ ਦਿੱਤੀ ਗਈ ਹੈ। ਹੁਣ ਇਹਦੇ ਵਿੱਚ ਤੁਸੀਂ ਕੁਐਸਚਨ ਦਿਮਾਗ ਵਿੱਚ ਉੱਠਦਾ ਹੋਵੇਗਾ ਕਿ ਐਸ ਜਾਂ ES ਕਦੋਂ ਲੱਗਦਾ ਹੈ, ਉਹ ਜਿਹੜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਹਰ ਇੱਕ ਟੈਂਸ ਨੂੰ ਆਪਾਂ ਕੰਪਲੀਟ ਫਾਰਮ ਦੇ ਲਈ ਕਰਨ ਦੇ ਲਈ ਅਲੱਗ-ਅਲੱਗ ਵੀਡੀਓਜ਼ ਬਣਾਵਾਂਗੇ ਜਿਹੜੀਆਂ ਤੁਹਾਨੂੰ ਈਜ਼ੀਲੀ ਸਮਝ ਆ ਜਾਣ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਪਾਸਟ ਦੇ ਵਿੱਚ ਦੇਖੋ, ਆਈ ਵੈਂਟ, ਆਈ ਵਾਜ਼ ਗੋਇੰਗ, ਕੰਟੀਨਿਊਸ ਦੇ ਵਿੱਚ ਆ ਗਿਆ ਵਾਜ਼ ਗੋਇੰਗ। ਤੇ ਪਰਫੈਕਟ ਦੇ ਵਿੱਚ ਆਈ ਹੈਡ ਗੋਨ, ਮੈਂ ਜਾ ਚੁੱਕਾ ਹਾਂ, ਜਾ ਚੁੱਕਾ ਸੀ। ਆਈ ਹੈਡ ਬੀਨ ਗੋਇੰਗ, ਮੈਂ ਜਾ ਰਿਹਾ ਹਾਂ। ਠੀਕ ਹੈ। ਮੈਂ ਹੁਣ ਅਜੇ ਵੀ ਜਾ ਰਿਹਾ ਹਾਂ, ਆਈ ਹੈਡ ਬੀਨ ਗੋਇੰਗ। ਠੀਕ ਹੈ। ਫਿਊਚਰ ਆਈ ਸ਼ੈਲ ਗੋ, ਮੈਂ ਜਾਵਾਂਗਾ। ਆਈ ਸ਼ੈਲ ਬੀ ਗੋਇੰਗ, ਮੈਂ ਜਾ ਰਿਹਾ ਹੋਵਾਂਗਾ, ਜਾ ਰਿਹਾ ਹੋਵਾਂਗਾ। ਆਈ ਸ਼ੈਲ ਹੈਵ ਗੋਨ, ਮੈਂ ਜਾ ਚੁੱਕਾ ਹੋਵਾਂਗਾ। ਆਈ ਸ਼ੈਲ ਹੈਵ ਬੀਨ ਗੋਇੰਗ, ਉਸ ਵਕਤ ਤੱਕ ਮੈਂ ਜਾ ਚੁੱਕਾ ਹੋਵਾਂਗਾ। ਠੀਕ ਹੈ। ਜਾਂ ਜਾ ਰਿਹਾ ਹੋਵਾਂਗਾ, ਸੌਰੀ, ਆਈ ਸ਼ੈਲ ਹੈਵ ਬੀਨ ਗੋਇੰਗ, ਮੈਂ ਜਾ ਰਿਹਾ ਹੋਵਾਂਗਾ। ਠੀਕ ਹੈ। ਤੇ ਇਹ ਕੁਝ ਆਪਣੇ ਅੱਜ ਦੀ ਐਕਸਰਸਾਈਜ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਠੀਕ ਲੱਗੀ ਹੋਵੇਗੀ, ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਦਾ ਬਟਨ ਦੱਬ ਦਿਓ। ਤੇ ਸਾਡੇ ਤੇਜਸ ਅਕੈਡਮੀ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਅਤੇ ਇਸ ਨੰਬਰ ਦੇ ਉੱਤੇ ਤੁਸੀਂ WhatsApp ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ। ਟੈਲੀਗ੍ਰਾਮ ਦੇ ਉੱਤੇ ਵੀ ਸਾਨੂੰ ਤੇਜਸ ਅਕੈਡਮੀ ਤੁਸੀਂ ਜੇ ਫੋਲੋ ਕਰੋਗੇ, ਤੇਜਸ ਅਕੈਡਮੀ ਦੇ ਤੁਹਾਨੂੰ ਇਮੇਜ ਦਿਖ ਜਾਏਗੀ, ਉੱਥੇ ਤੁਸੀਂ ਚੈਨਲ ਨੂੰ ਫੋਲੋ ਕਰੋ। YouTube ਨੂੰ ਸਬਸਕ੍ਰਾਈਬ ਕਰੋ। ਧੰਨਵਾਦ।